ਵਾਹਿਗੁਰੂ ਸਾਹਿਬ ਜੀਓ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖਵਾਰ। ਚੁਪੈ ਚੁਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ। ਭੁਖਿਆਂ ਭੁਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਸਹਿਸ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਈਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਨਦਰ ਦੇ ਸਦਕਾ ਸਿੱਖ ਧਰਮ ਦੇ ਬਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ, ਜਿਨ੍ਹਾਂ ਪਾਵਨ ਬਚਨਾਂ ਦੀ ਵਿਚਾਰ ਆਪ ਇਹਨਾਂ ਪਾਵਨ ਦੀਵਾਨਾਂ ਵਿੱਚ ਸਰਵਣ ਕਰ ਰਹੇ ਹੋ। ਸਹਿਬਾਂ ਦੀ ਪਾਵਨ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ ਜਪ ਬਾਣੀ ਦੇ ਅੰਦਰੋਂ ਪਹਿਲੀ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਤੋਂ ਪਹਿਲਾਂ ਸਾਧ ਸੰਗਤ ਪਿਛਲੇ ਦੋ ਦੀਵਾਨਾਂ ਦੇ ਅੰਦਰ ਮੂਲ ਮੰਤਰ ਔਰ ਪਹਿਲੇ ਸ਼ਲੋਕ ਦੀ ਵਿਚਾਰ ਆਪਾਂ ਰਲ ਮਿਲ ਕੇ ਸਾਂਝੀ ਕੀਤੀ ਹੈ। ਆਓ ਇਹਨਾਂ ਪਾਵਨ ਬਚਨਾਂ ਨੂੰ ਵਿਚਾਰਨ ਤੋਂ ਪਹਿਲਾਂ ਆਪ ਜਿਤਨੇ ਤਨ ਸਤਿਗੁਰ ਕੀ ਇਸ ਪਾਵਨ ਬਾਣੀ ਨੂੰ ਗੁਰੂ ਦੀ ਗੋਦ ਵਿੱਚ ਬੈਠ ਕੇ ਸਰਵਣ ਕਰ ਰਹੇ ਹੋ, ਕਰੋ ਕਿਰਪਾ ਸਤਿਗੁਰਾਂ ਦੀ ਅਸੀਸ ਬਖਸ਼ੋ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਇਸ ਪਾਵਨ ਪੌੜੀ ਨੂੰ ਪੜ੍ਹਿਆ ਇਸ ਗੱਲ ਦੀ ਸਮਝ ਆਉਂਦੀ ਹੈ ਵੀ ਸਤਿਗੁਰ ਨੇ ਕਿਰਪਾ ਕਰਕੇ ਸਾਨੂੰ ਆਪਣੇ ਇਸ ਮਨ ਨੂੰ ਕਿਵੇਂ ਪਵਿੱਤਰ ਕਰਨਾ ਹੈ, ਇਸ ਮਨ ਨੂੰ ਕਿਵੇਂ ਸੁਚੱਜਾ ਬਣਾਉਣਾ ਹੈ, ਸੋਹਣਾ ਬਣਾਉਣਾ ਹੈ। ਇਸ ਮਨ ਨੂੰ ਪਵਿੱਤਰ ਕਰਨ ਦੀ ਜੁਗਤ ਧੰਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਸ ਪੌੜੀ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਸੰਸਾਰ ਅੰਦਰ ਧਰਮ ਦੇ ਮਾਰਗ ਤੇ ਅਕਸਰ ਅਨੇਕਾਂ ਜੁਗਤੀਆਂ ਨੇ, ਜਿਨ੍ਹਾਂ ਨੂੰ ਮਨੁੱਖ ਆਦਿ ਕਾਲ ਤੋਂ ਆਪਣੇ ਜੀਵਨ ਵਿੱਚ ਵਰਤਦਾ ਹੈ। ਔਰ ਉਹ ਚੀਜ਼ਾਂ ਸਿਰਫ ਬਾਹਰਮੁਖੀ ਫਿਜ਼ੀਕਲੀ ਤੌਰ ਤੇ ਬੰਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ, ਜਿਵੇਂ ਤੀਰਥਾਂ ਤੇ ਇਸ਼ਨਾਨ ਕਰਨਾ, ਜੰਗਲਾਂ ਦੇ ਵਿੱਚ ਜਾ ਕੇ ਤਪ ਕਰਨਾ, ਧੂਣੀਆਂ ਬਾਲ ਕੇ ਤਪ ਕਰਨਾ, ਇਹ ਅਨੇਕਾਂ ਐਸੀਆਂ ਜੁਗਤਾਂ ਨੇ ਧਰਮ ਦੀ ਮਾਰਗ, ਧਰਮ ਦੀ ਦੁਨੀਆ ਦੇ ਵਿੱਚ, ਜਿਨ੍ਹਾਂ ਨੂੰ ਮਨੁੱਖ ਆਦਿ ਕਾਲ ਤੋਂ ਮਨੁੱਖ ਕਰਦਾ ਆ ਰਿਹਾ ਹੈ ਤੇ ਅੱਜ ਵੀ ਕਰ ਰਿਹਾ ਹੈ। ਔਰ ਇਹਨਾਂ ਦੇ ਪਿੱਛੇ ਇਹੀ ਗੱਲ, ਇਹੀ ਲੌਜਿਕ ਦੱਸਿਆ ਜਾਂਦਾ ਹੈ ਕਿ ਮਨੁੱਖ ਆਪਣੇ ਮਨ ਨੂੰ, ਮਨੁੱਖ ਆਪਣੇ ਅੰਤਰਾਤਮੇ ਨੂੰ ਇਸ ਢੰਗ ਨਾਲ ਪਰਮਾਤਮਾ ਨਾਲ ਜੋੜ ਸਕਦਾ ਹੈ। ਪਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਪਾਤਸ਼ਾਹ ਜੀ ਨੇ ਇਹਨਾਂ ਸਭ ਦੁਨਿਆਵੀ ਕਰਮ ਕਾਂਡਾਂ ਨੂੰ, ਇਹਨਾਂ ਦੁਨਿਆਵੀ ਭਰਮਾਂ ਨੂੰ
ਇਹਨਾਂ ਦੁਨਿਆਵੀ ਫਿਜ਼ੀਕਲੀ ਜਿਹੜੇ ਬਾਹਰ ਮੁਖੀ ਸਿਰਫ ਕੀਤੇ ਜਾਣ ਵਾਲੇ ਕਰਮ ਨੇ, ਸਤਿਗੁਰਾਂ ਨੇ ਕਿਰਪਾ ਕਰਕੇ ਇਹਨਾਂ ਸਮੁੱਚੇ ਕਰਮਾਂ ਨੂੰ ਕੰਡੈਮ ਕੀਤਾ ਹੈ। ਆਓ ਇਸ ਪੌੜੀ ਦੇ ਵਿੱਚੋਂ ਸਮਝਣ ਦਾ ਯਤਨ ਕਰੀਏ। ਔਰ ਇਸ ਪੌੜੀ ਨੂੰ ਸਮਝਣ ਦੇ ਲਈ ਸਾਧ ਸੰਗਤ ਇੱਕ ਗੱਲ ਧਿਆਨ ਵਿੱਚ ਰੱਖਣਾ, ਇਸ ਪੌੜੀ ਦੀ ਜਿਹੜੀ 5ਵੀਂ ਤੁਕ ਹੈ ਉਸ ਪੌੜੀ ਨੂੰ ਆਪ ਆਪਣੇ ਜ਼ਿਹਨ ਵਿੱਚ ਜ਼ਰੂਰ ਰੱਖਿਆ ਜੇ, ਜਿਹਨੂੰ ਸਾਹਿਬ ਬਖਸ਼ਿਸ਼ ਕਰਕੇ ਕਹਿੰਦੇ ਨੇ, ਕਿਮ ਸਚਿਆਰਾ ਹੋਈਐ ਕਿਮ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਅਸਲ ਵਿੱਚ ਸਤਿਗੁਰ ਨੇ ਕਿਰਪਾ ਕਰਕੇ ਇਸ ਪਾਵਨ ਪੌੜੀ ਦੇ ਅੰਦਰ ਮਨ ਦੀ ਪਵਿੱਤਰਤਾ ਦੀ ਗੱਲ ਕੀਤੀ ਹੈ, ਮਨ ਦੇ ਚੁੱਪ ਹੋਣ ਦੀ ਗੱਲ ਕੀਤੀ ਹੈ, ਮਨ ਦੇ ਭੁੱਖ ਨੂੰ ਦੂਰ ਕਰਨ ਦੀ ਗੱਲ ਕੀਤੀ ਹੈ, ਤੇ ਮਨ ਦੀਆਂ ਅਨੇਕਾਂ ਸਿਆਣਪਾਂ ਜਿਹੜੀਆਂ ਸਾਡੇ ਇਸ ਮਨ ਵਿੱਚ ਨੇ, ਸਤਿਗੁਰ ਨੇ ਉਹਨਾਂ ਸਿਆਣਪਾਂ ਨੂੰ ਕਿਵੇਂ ਦੂਰ ਕੀਤਾ ਜਾਏ ਕਿ ਪ੍ਰਮਾਤਮਾ ਦੇ ਹੁਕਮ ਦੀ ਸਮਝ ਆ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ। ਸੋਚੈ ਸ਼ਬਦ ਦਾ ਇੱਥੇ ਅਰਥ ਹੈ ਸਾਧ ਸੰਗਤ ਸੁਚਮਤਾ, ਸਰੀਰ ਦਾ ਇਸ਼ਨਾਨ, ਜਿਹੜਾ ਇੱਕ ਧਰਮ ਦਾ ਬੜਾ ਮੁੱਖ ਅੰਗ ਸੀ ਆਦਿ ਕਾਲ ਤੋਂ। ਬੰਦਾ ਧਰਮ ਦੀ ਦੁਨੀਆ ਦੇ ਅੰਦਰ ਧਾਰਮਿਕ ਅਸਥਾਨਾਂ ਤੇ ਬਣੇ ਹੋਏ ਤੀਰਥਾਂ ਤੇ ਇਸ਼ਨਾਨ ਕਰਦਾ ਤੇ ਉਹਨਾਂ ਤੀਰਥਾਂ ਤੇ ਇਸ਼ਨਾਨ ਕਰਨ ਦੇ ਵੱਖੋ ਵੱਖਰੇ ਮਹਾਤਮ ਬਿਆਨ ਕੀਤੇ ਜਾਂਦੇ। 68 ਤੀਰਥ ਇਸ ਹਿੰਦੁਸਤਾਨ ਦੀ ਧਰਤੀ ਤੇ ਧਰਮ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਵਾਲੇ ਪਾਂਡੇ ਨੇ, ਪੰਡਤ ਨੇ ਰੱਖੇ ਵੀ ਇਹਨਾਂ 68 ਤੀਰਥਾਂ ਦਾ ਇਸ਼ਨਾਨ ਜਿਹੜਾ ਬੰਦਾ ਆਪਣੇ ਜੀਵਨ ਵਿੱਚ ਕਰ ਲੈਂਦਾ ਉਹ ਮੁਕਤ ਹੋ ਜਾਂਦਾ ਹੈ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਪੜ੍ਹਨੇ ਆ, ਸਭ ਕਹਿੰਦੇ ਨੇ ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਵੇ। ਸਤਿਗੁਰੂ ਕਹਿੰਦੇ ਨੇ ਜੇ ਮਨ ਮੈਲਾ ਹੈ ਤੇ ਇੱਕ ਗੱਲ ਚੇਤੇ ਰੱਖੀ, ਫਿਰ ਮਨ ਮੈਲੇ ਹੋਣ ਦੇ ਨਾਲ ਤੇਰੇ ਤਨ ਦੀ ਪਵਿੱਤਰਤਾ ਕਿਵੇਂ ਹੋ ਸਕਦੀ ਹੈ। ਵੈਸੇ ਵੀ ਸਾਧ ਸੰਗਤ ਤਨ ਦਾ ਇਸ਼ਨਾਨ ਇਸ ਚੀਜ਼ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ। ਤਨ ਸੁੱਚਾ ਰੱਖਣਾ, ਤਨ ਚੰਗਾ ਰੱਖਣਾ, ਤਨ ਨੂੰ ਇਸ਼ਨਾਨ ਕਰਾਉਣਾ ਇਹ ਸਰੀਰ ਦੀ ਪ੍ਰਕਿਰਿਆ ਹੈ, ਇਹਦਾ ਧਰਮ ਨਾਲ ਸੰਬੰਧ ਨਹੀਂ ਹੈ। ਹਰ ਬੰਦਾ ਜਦੋਂ ਸੰਸਾਰ ਵਿੱਚ ਵਿਚਰਦਾ ਹੈ, ਉਹਦੇ ਕੱਪੜਿਆਂ ਨੂੰ ਮੈਲ ਲੱਗ ਜਾਏ, ਉਹਦੇ ਤਨ ਨੂੰ ਮੈਲ ਲੱਗੇ ਤੇ ਉਹ ਫਿਰ ਇੱਕ ਸਮੇਂ ਤੋਂ ਬਾਅਦ ਇਸ਼ਨਾਨ ਕਰਕੇ ਆਪਣੀ ਥਕਾਨ ਦੂਰ ਕਰਦਾ ਹੈ, ਆਪਣੀ ਮੈਲ ਨੂੰ ਲਾਹੁੰਦਾ ਹੈ, ਆਪਣੇ ਕੱਪੜਿਆਂ ਤੇ ਲੱਗੇ ਹੋਈ ਮੈਲ ਨੂੰ ਦੂਰ ਕਰਦਾ ਹੈ। ਪਰ ਸਤਿਗੁਰ ਕਹਿੰਦੇ ਨੇ ਜੇ ਤਨ ਦੇ ਅੰਦਰ ਭਾਵ ਜੇ ਮਨ ਦੇ ਅੰਦਰ ਮੈਲ ਹੈ, ਫਿਰ ਸਿਰਫ ਤਨ ਨੂੰ ਧੋਤਿਆਂ ਇਹ ਮੈਲ ਕਿਵੇਂ ਦੂਰ ਹੋਏਗੀ। ਇੱਕ ਸਵਾਲ ਹੋਰ ਸਾਧ ਸੰਗਤ, ਇੱਥੇ ਅਕਸਰ ਇਹ ਸਵਾਲ ਕੀਤਾ ਜਾਂਦਾ ਹੈ ਵੀ ਇੱਥੇ ਸੋਚੈ ਸ਼ਬਦ ਦੇ ਅਰਥ ਆਪ ਸੁਚਮਤਾ ਨਾਲ ਕਿਉਂ ਕਰਦੇ ਹੋ, ਇਹਦੇ ਅਰਥ ਥਿੰਕਿੰਗ ਦੇ ਨਾਲ ਕਿਉਂ ਨਹੀਂ। ਅਸਲ ਵਿੱਚ ਸੋਚੈ ਸ਼ਬਦ ਦੇ ਅਰਥ ਇਸ ਕਰਕੇ ਨੇ ਕਿਉਂਕਿ ਇਹਨੂੰ ਸਮਝਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਚੌਥੀ ਤੁਕ ਬਾਣੀ ਦੀ ਇਸ ਪੌੜੀ ਦੀ ਜ਼ਿਹਨ ਵਿੱਚ ਰੱਖਣੀ ਪਏਗੀ। ਸਤਿਗੁਰ ਜੀ ਚੌਥੀ ਪੌੜੀ ਦੇ ਇਸ ਪੌੜੀ ਦੇ ਅੰਦਰ ਚੌਥੀ ਤੁਕ ਦੇ ਅੰਦਰ ਸਭ ਕਹਿੰਦੇ ਨੇ ਕਿਮ ਸਚਿਆਰਾ ਹੋਈ ਹੈ। ਅਸਲ ਵਿੱਚ ਇੱਥੇ ਪ੍ਰਕਰਨ ਹੈ ਸਚਿਆਰ ਹੋਣ ਦਾ, ਤੇ ਸਚਿਆਰ ਹੋਣ ਦਾ ਸੰਬੰਧ ਮਨ ਨਾਲ ਹੈ, ਤਨ ਦੇ ਨਾਲ ਨਹੀਂ। ਅਸਲ ਵਿੱਚ ਮਨ ਸਚਿਆਰ ਹੋਏਗਾ ਤੇ ਤਨ ਆਪਣੇ ਆਪ ਸਚਿਆਰ ਹੋ ਜਾਏਗਾ, ਤੇ ਜੇ ਮਨ ਅੰਦਰ ਸਚਿਆਰਤਾ ਨਹੀਂ ਤੇ ਖਿਆਲ ਕਰਿਓ ਤਨ ਨੂੰ ਸੁੱਚਾ ਕਰਨ ਦੇ ਨਾਲ ਉਹਦਾ ਫੈਕਟ, ਉਹਦਾ ਪ੍ਰਭਾਵ ਮਨ ਤੇ ਨਹੀਂ ਪਏਗਾ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰੋਂ ਇਹਨਾਂ ਪਾਵਨ ਬਚਨਾਂ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਮੈਂ ਇੱਕ ਦੋ ਪੰਕਤੀਆਂ ਆਪ ਜੀ ਦੇ ਸਾਹਮਣੇ ਰੱਖ ਦਿਆਂ ਤਾਂ ਕਿ ਗੱਲ ਸਮਝ ਵਿੱਚ ਆ ਜਾਏ ਵੀ ਸਤਿਗੁਰਾਂ ਨੇ ਕਿਰਪਾ ਕਰਕੇ ਇੱਥੇ ਸੋਚੈ ਸ਼ਬਦ ਦੇ ਭਾਵ ਸੋਚ ਤੋਂ ਕਿਉਂ ਨਹੀਂ ਲਏ, ਇੱਥੇ ਸਤਿਗੁਰਾਂ ਨੇ ਇਸ਼ਨਾਨ ਜਾਂ ਸੁਚਮਤਾ ਤੋਂ ਕਿਉਂ ਲਏ ਨੇ।
ਸਾਹਿਬਾਂ ਦੀ ਪਾਵਨ ਬਾਣੀ ਦੇ ਅੰਦਰ ਇੱਕ ਪੰਕਤੀ ਹੈ, ਪਾਤਸ਼ਾਹ ਕਹਿੰਦੇ ਨੇ, ਕਹੋ ਨਾਨਕ ਸੱਚ ਧਿਆਈ ਹੈ। ਇਹ ਨਾਨਕ ਜੀ, ਸੱਚ ਨੂੰ ਦ੍ਰਿੜ ਕਰ ਆਪਣੇ ਜੀਵਨ ਵਿੱਚ। ਸੁਚ ਹੋਵੇ ਤਾਂ ਸੱਚ ਪਾਈਐ। ਜੇ ਤੇਰੇ ਕੋਲੋਂ ਸੁਚ ਹੋਵੇ, ਜੇ ਤੇਰੀ ਸੋਚ ਦੇ ਅੰਦਰ ਪਵਿੱਤਰਤਾ ਆ ਗਈ ਏ, ਤੇਰੀ ਅੰਦਰ ਦੀ ਸੁਰਤ ਪਵਿੱਤਰ ਹੋ ਗਈ ਏ, ਤਾਂ ਤੈਨੂੰ ਸੱਚ ਮਿਲੇਗਾ। ਫਿਰ ਇੱਕ ਪੰਕਤੀ ਹੋਰ ਆ ਪੜ੍ਹਦੇ ਸਾਹਿਬ ਕਹਿੰਦੇ ਨੇ, ਸੋਚ ਕਰੇ ਦਿਨ ਸਿਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਪਾਤਸ਼ਾਹ ਕਹਿੰਦੇ ਨੇ, ਦਿਨ ਰਾਤ ਇਸ਼ਨਾਨ ਤੇ ਕਰਦਾ ਹੈ, ਪਰ ਉਹਦੇ ਨਾਲ ਮਨ ਦੀ ਮੈਲ ਤਨ ਤੋਂ ਦੂਰ ਨਹੀਂ ਹੁੰਦੀ। ਇੱਕ ਬਾਣੀ ਦੀ ਆ ਪੰਕਤੀ ਪੜ੍ਹਦੇ ਹੋ ਸਾਹਿਬ, ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ। ਸਤਿਗੁਰ ਕਹਿੰਦੇ ਨੇ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੇ। ਭਾਂਡਾ ਉਹ ਭਲਾ ਹੈ, ਉਹ ਚੰਗਾ ਹੈ ਜਿਹੜਾ ਪ੍ਰਮਾਤਮਾ ਰੱਬ ਜੀ ਨੂੰ ਭਾ ਜਾਏ। ਪਰ ਸਤਿਗੁਰ ਕਹਿੰਦੇ ਨੇ, ਜੇ ਭਾਂਡੇ ਦੇ ਅੰਦਰ ਮੈਲ ਹੈ, ਬੜੀ ਸੋਚਣ ਵਾਲੀ ਗੱਲ ਹੈ। ਆਪ ਸੁਆਣੀਆਂ ਮੇਰੀਆਂ ਮਾਤਾਵਾਂ ਭੈਣਾਂ ਬੈਠੀਆਂ ਹੋ, ਭਾਂਡੇ ਦੇ ਅੰਦਰ ਜਦੋਂ ਕੋਈ ਵਸਤੂ ਪਾਈ ਜਾਂਦੀ ਹੈ ਤੇ ਭਾਂਡੇ ਦੇ ਅੰਦਰ ਧਿਆਨ ਮਾਰ ਕੇ ਵੇਖਿਆ ਜਾਂਦਾ ਕਿਤੇ ਭਾਂਡਾ ਅੰਦਰੋਂ ਮੈਲਾ ਤੇ ਨਹੀਂ। ਜੇ ਭਾਂਡਾ ਅੰਦਰੋਂ ਮੈਲਾ ਹੈ ਤੇ ਕਦੀ ਉਸ ਭਾਂਡੇ ਦੇ ਅੰਦਰ ਕੋਈ ਦੁੱਧ ਆਦਿਕ ਵਸਤੂ ਨਹੀਂ ਪਾਈ ਜਾਂਦੀ, ਪਹਿਲਾਂ ਉਸ ਭਾਂਡੇ ਨੂੰ ਅੰਦਰੋਂ ਧੋਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਬੜੇ ਪਿਆਰ ਦਾ ਨੁਕਤਾ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ ਨੇ, ਜੇ ਭਾਂਡਾ ਅੰਦਰੋਂ ਮਲੀਨ ਹੈ, ਭਾਵੇਂ ਜੇ ਸੁਰਤ ਵਿਚਾਰਾਂ ਕਰਕੇ ਮੈਲੀ ਹੈ, ਧਿਆਨ ਦੇਣਾ, ਜੇ ਸੁਰਤ ਸੋਚ ਕਰਕੇ ਵਿਚਾਰਾਂ ਕਰਕੇ ਮੈਲੀ ਹੈ ਤੇ ਫਿਰ ਇਹ ਅੱਖਾਂ ਵੀ ਮੈਲਾ ਵੇਖਣਗੀਆਂ, ਇਹ ਕੰਨ ਵੀ ਨਿੰਦਾ ਸੁਣਨਗੇ, ਇਹ ਜੀਭਾ ਨਿੰਦਾ ਕਰੇਗੀ, ਮਾੜਾ ਬੋਲੇਗੀ, ਫਿੱਕਾ ਬੋਲੇਗੀ। ਤੇ ਜੇ ਸੱਚ ਇਸ ਮਤ ਦੇ ਅੰਦਰ ਟਿਕਿਆ ਹੋਇਆ ਹੈ, ਧਿਆਨ ਦੇਣਾ, ਫਿਰ ਇਹਨਾਂ ਗਿਆਨ ਇੰਦਰੀਆਂ ਨੂੰ ਕਹਿਣਾ ਨਹੀਂ ਪਏਗਾ। ਫਿਰ ਸੁਭਾਵਿਕ ਕੇ ਅੰਦਰ ਦਾ ਸੱਚ ਇਹਨਾਂ ਨੇਤਰਾਂ ਦੇ ਅੰਦਰੋਂ ਵੀ ਪ੍ਰਗਟ ਹੋਏਗਾ, ਇਹਨਾਂ ਕੰਨਾਂ ਦੀ ਸਰੋਤ ਵਿੱਚੋਂ ਵੀ ਪ੍ਰਗਟ ਹੋਏਗਾ, ਜੀਭਾ ਦੀ ਰਸਨਾ ਤੋਂ ਬੋਲ ਵਿੱਚੋਂ ਵੀ ਪ੍ਰਗਟ ਹੋਏਗਾ। ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਆਤਮ ਮਲੀਨ ਧੋਤਾ ਹੱਛਾ ਨਾ ਹੋਏ ਸੀ। ਭਾਂਡਾ ਜੇ ਮੈਲਾ ਹੈ ਤੇ ਸਤਿਗੁਰ ਕਹਿੰਦੇ ਨੇ, ਭਾਂਡੇ ਨੂੰ ਸਿਰਫ ਧੋਣ ਦੇ ਨਾਲ ਚੰਗਾ ਨਹੀਂ ਹੋਏਗਾ। ਭਾਵ ਜੇ ਸਰੀਰ ਹਿਰਦਾ ਅੰਦਰੋਂ ਮਲੀਨ ਹੈ ਤੇ ਸਤਿਗੁਰ ਕਹਿੰਦੇ ਨੇ, ਇਹਨੂੰ ਫਿਰ ਅੰਦਰੋਂ ਤੇ ਪਾਣੀ ਨਾਲ ਨਹੀਂ ਧੋਤਾ ਜਾ ਸਕਦਾ। ਪਾਣੀ ਚਿੱਤ ਨਾ ਧੋ ਪਈ। ਸਤਿਗੁਰ ਕਹਿੰਦੇ ਨੇ, ਪਾਣੀ ਦੇ ਨਾਲ ਚਿੱਤ ਨਹੀਂ ਪੈ ਸਾਫ਼ ਹੁੰਦਾ। ਪਾਤਸ਼ਾਹ ਜੀ, ਫਿਰ ਉਹ ਕਿਵੇਂ ਸਾਫ਼ ਹੁੰਦਾ ਹੈ? ਸਤਿਗੁਰ ਕਹਿੰਦੇ ਨੇ, ਪਾਣੀ ਚਿੱਤ ਨਾ ਧੋ ਪਈ। ਪਾਤਸ਼ਾਹ ਕਹਿੰਦੇ ਨੇ, ਪਾਣੀ ਪੀਣ ਦੇ ਨਾਲ ਪਿਆਸ ਤੇ ਬੁਝ ਜਾਏਗੀ, ਪਰ ਪਾਣੀ ਪੀਣ ਦੇ ਨਾਲ ਚਿੱਤ ਦੀ ਸਫਾਈ ਨਹੀਂ ਹੋਏਗੀ। ਸਤਿਗੁਰ ਉਹ ਕਿਵੇਂ? ਤੇ ਦਾਤਾਰ ਪਿਤਾ ਕਹਿੰਦੇ ਨੇ, ਗੁਰੂ ਦੁਆਰੇ ਹੋਏ ਸੋਝੀ ਪਾਈ ਸੀ। ਵਾਹ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਮਾਲ ਕੀਤੀ ਹੈ। ਪਾਤਸ਼ਾਹ ਕਹਿੰਦੇ ਨੇ, ਗੁਰੂ ਦੇ ਦਰ ਤੇ ਆ, ਸਾਹਿਬ ਦੇ ਚਰਨਾਂ ਦੇ ਵਿੱਚ ਬੈਠ ਕੇ ਗੁਰੂ ਦੇ ਉਪਦੇਸ਼ ਨੂੰ ਸੁਣ। ਜਦੋਂ ਗੁਰੂ ਦੇ ਉਪਦੇਸ਼ ਨਾਲ ਤੇਰੀ ਸੁਰਤ ਜੁੜ ਜਾਏਗੀ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਤੇਰਾ ਅੰਦਰ ਜਿਹੜਾ ਮੈਲ ਨਾਲ ਭਰਿਆ ਹੈ, ਮਲੀਨਤਾ ਨਾਲ ਭਰਿਆ, ਤੇਰੀ ਸੁਰਤ ਵਿੱਚ ਜਿਹੜੀ ਮੈਲ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਉਹ ਮੈਲ ਧੁਲ ਜਾਏਗੀ। ਸਿਰਫ ਪਾਣੀ ਦੇ ਨਾਲ ਇਸ਼ਨਾਨ ਕਰਨ ਦੀ ਗੱਲ ਹੋਵੇ ਤੇ ਸਤਿਗੁਰ ਨੇ ਤੇ ਬੇਅੰਤ ਉਦਾਹਰਨਾਂ ਬਾਣੀ ਵਿੱਚ ਦਿੱਤੀਆਂ ਨੇ। ਪਾਤਸ਼ਾਹ ਕਹਿੰਦੇ ਨੇ, ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢੁਕ ਨਾਵੇ। ਜੈਸੇ ਮੇਂਢੁਕ ਤੈਸੇ ਓਏ ਨਰ, ਫਿਰ ਫਿਰ ਜੂਨੀ ਆਵੇ। ਸਤਿਗੁਰ ਕਹਿੰਦੇ ਨੇ, ਜਿਹੜਾ ਬੰਦਾ ਸਿਰਫ ਪਾਣੀ ਦੇ ਅੰਦਰ ਚੁਭੀਆਂ ਮਾਰਨ ਨੂੰ ਧਰਮ ਦਾ ਇਸ਼ਨਾਨ, ਧਰਮ ਦੇ ਅੰਦਰ ਮਨ ਦੀ ਪਵਿੱਤਰਤਾ ਮੰਨਦਾ ਹੈ, ਜਿਹੜਾ ਇਹ ਕਹਿੰਦਾ ਵੀ ਪਾਣੀ ਅੰਦਰ ਇਸ਼ਨਾਨ ਕਰਨ ਦੇ ਨਾਲ ਮੈਲ ਮੁੱਕ ਜਾਏਗੀ, ਦੁੱਖ ਦੂਰ ਹੋ ਜਾਣਗੇ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ, ਭਲਿਆ ਵੇਖ, ਡੱਡੂ ਸਾਰੀ ਜ਼ਿੰਦਗੀ ਪਾਣੀ ਦੇ ਵਿੱਚ ਰਹਿੰਦਾ ਹੈ, ਪਰ ਸਤਿਗੁਰ ਕਹਿੰਦੇ ਨੇ, ਉਹ ਡੱਡੂ ਡੱਡੂ ਹੀ ਰਹਿੰਦਾ, ਉਹ ਬਦਲਦਾ ਨਹੀਂ। ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢੁਕ ਨਾਵੇ। ਜੈਸੇ ਮੇਂਢੁਕ ਤੈਸੇ ਓਏ ਨਰ। ਪਾਤਸ਼ਾਹ ਕਹਿੰਦੇ ਨੇ, ਉਹ ਬੰਦਾ ਜਿਹੜਾ ਸਿਰਫ ਪਾਣੀ ਦੇ ਵਿੱਚ ਤਨ ਧੋਣ ਨੂੰ ਹੀ ਧਰਮ ਮੰਨਦਾ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਹ ਬੰਦਾ ਤੇ ਡੱਡੂ ਦੀ ਤਰ੍ਹਾਂ ਹੈ, ਉਹ ਨਹੀਂ ਬਦਲ ਸਕਦਾ ਆਪਣੇ ਜੀਵਨ ਵਿੱਚ। ਇਸੇ ਕਰਕੇ ਸਤਿਗੁਰ ਨੇ ਪਹਿਲੀ ਪੰਕਤੀ ਵਿੱਚ ਬਚਨ ਕਹੇ ਨੇ। ਪਾਤਸ਼ਾਹ ਕਹਿੰਦੇ ਨੇ, ਸੋਚੈ ਸੋਚ ਨਾ ਹੋਵੇ। ਸੁਚਮਤਾ ਰੱਖਣ ਦੇ ਨਾਲ ਤੂੰ ਸੁੱਚਾ ਨਹੀਂ ਹੋ ਸਕਦਾ।
ਇਸ਼ਨਾਨ ਕਰਨ ਦੇ ਨਾਲ ਤੂੰ ਸੁੱਚਾ ਨਹੀਂ ਹੋ ਸਕਦਾ। ਜੇ ਸੋਚੀ ਲੱਖ ਵਾਰ, ਜੇ ਤੂੰ ਲੱਖਾਂ ਵਾਰ ਵੀ ਇਸ਼ਨਾਨ ਕਰ ਲਵੇਂ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਨ ਦੀ ਮਲੀਨਤਾ ਤਨ ਧੋਤਿਆਂ ਦੂਰ ਨਹੀਂ ਹੋਏਗੀ। ਮਨ ਦੀ ਮਲੀਨਤਾ ਦੂਰ ਹੋਏਗੀ ਵਿਚਾਰਾਂ ਦੇ ਨਾਲ। ਮਨ ਦੀ ਮੈਲ ਦੂਰ ਹੋਏਗੀ ਅੰਦਰ ਗੂੜ ਗਿਆਨ ਟਿਕਣ ਦੇ ਨਾਲ। ਕਦੀ ਬਾਬਾ ਕਬੀਰ ਸਾਹਿਬ ਜੀ ਕੋਲੋਂ ਪੁੱਛੀਏ ਬਾਣੀ ਪੜ੍ਹਦੇ ਆਇਆ, ਪਰ ਸੱਚ ਇਹ ਹੈ ਸਾਨੂੰ ਬਾਣੀ ਪੜ੍ਹਦਿਆਂ ਸਾਂਗੀ ਬੜੀ ਆਉਂਦੀ ਹੈ। ਬਾਣੀ ਪੜ੍ਹਨਾ ਅਸੀਂ ਸੱਚ ਇਹ ਹੈ ਵੀ ਗੁਰਦੁਆਰਿਆਂ ਦੇ ਭਾਈਆਂ ਸੇਵਾਦਾਰਾਂ ਤੇ ਪਾਠੀਆਂ ਤੇ ਛੱਡ ਦਿੱਤਾ ਹੈ। ਇਸ ਕਰਕੇ ਇਹ ਅਸੀਂ ਕਹਿੰਦੇ ਆ ਵੀ ਸਾਡਾ ਕਰਮ ਥੋੜਾ ਹੈ ਬਾਣੀ ਪੜ੍ਹਨਾ, ਸਾਡਾ ਕਰਮ ਤੇ ਮਾਇਆ ਦੇ ਕੇ ਪਾਠ ਕਰਾਣਾ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰੂ ਕੇ ਸਿੱਖਾ ਤੈਨੂੰ ਵਾਸਤਾ ਹੈ, ਸਮਝ ਇਸ ਗੱਲ ਨੂੰ। ਸਭ ਕਹਿੰਦੇ ਨੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਜੇ ਤੂੰ ਲੱਖਾਂ ਵਾਰ ਵੀ ਇਸ਼ਨਾਨ ਕਰ ਲਵੇਂ ਤੀਰਥਾਂ ਤੇ ਜਾ ਕੇ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਲੱਖਾਂ ਵਾਰ ਕੀਤਾ ਇਸ਼ਨਾਨ ਵੀ ਤੇਰੇ ਮਨ ਨੂੰ ਪਵਿੱਤਰ ਨਹੀਂ ਕਰ ਸਕਦਾ। ਤਾਂ ਹੀ ਬਾਬਾ ਕਬੀਰ ਸਾਹਿਬ ਨੇ ਕਿਹਾ ਭਲਿਆ ਗੰਗਾ ਤੀਰ ਜੋ ਘਰ ਕਰੇ। ਤੂੰ ਗੰਗਾ ਦੇ ਤੀਰ ਭਾਵ ਗੰਗਾ ਦੇ ਕਿਨਾਰੇ ਤੇ ਆਪਣਾ ਘਰ ਬਣਾ ਲੈ। ਪੀਵੇ ਨਿਰਮਲ ਨੀਰ, ਰੋਜ਼ ਉਸ ਗੰਗਾ ਦੇ ਅੰਦਰੋਂ ਪਾਣੀ ਕੱਢ ਕੇ ਉਸ ਪਾਣੀ ਨੂੰ ਪੀ। ਉਸ ਪਾਣੀ ਦੇ ਨਾਲ ਆਟਾ ਗੁੰਨ ਕੇ ਰੋਟੀ ਬਣਾ, ਉਸ ਪਾਣੀ ਦੇ ਨਾਲ ਸਬਜ਼ੀ ਬਣਾ। ਉਹ ਗੰਗਾ ਦਾ ਨੀਰ ਉਹਦੇ ਨਾਲ ਨਹਾ ਇਸ਼ਨਾਨ ਕਰ। ਸਤਿਗੁਰੂ ਕਹਿੰਦੇ ਨੇ ਸਾਰੇ ਕਰਮ ਹੀ ਤੇਰੇ ਉਸ ਜਲ ਨਾਲ ਹੋਣ। ਪਰ ਬਿਨ ਹਰ ਭਗਤ ਨਾ ਮੁਕਤ ਹੋਏ, ਉਹ ਕਹਿ ਰਮੈ ਕਬੀਰ। ਪਰ ਸਤਿਗੁਰ ਦੀ ਭਗਤੀ ਤੋਂ ਬਿਨਾ ਤੇਰਾ ਮਨ ਪਵਿੱਤਰ ਨਹੀਂ ਹੋ ਸਕਦਾ। ਤੇਰੇ ਮਨ ਦੀ ਮੈਲ ਉਦੋਂ ਹੀ ਮੁੱਕਣੀ ਹੈ ਜਦੋਂ ਤੂੰ ਸਤਿਗੁਰ ਦੇ ਸ਼ਬਦ ਨਾਲ ਜੁੜ ਜਾਏਗਾ। ਬਸ ਆਹ ਗੱਲ ਚੇਤੇ ਰੱਖੀਏ। ਬਾਬੇ ਨਾਨਕ ਨੇ ਇੱਥੇ ਮਨ ਦੀ ਪਵਿੱਤਰਤਾ ਦੀ ਗੱਲ ਕੀਤੀ ਹੈ, ਇੱਥੇ ਮਨ ਦੇ ਚੁੱਪ ਹੋਣ ਦੀ ਗੱਲ ਕੀਤੀ ਹੈ। ਬੰਦਾ ਸਾਰੇ ਪ੍ਰਕਰਨ ਧਰਮ ਦੇ ਤਨ ਨਾਲ ਜੋੜ ਕੇ ਬੈਠਾ ਸੀ। ਤਨ ਦੀ ਪਵਿੱਤਰਤਾ ਧਰਮ ਹੈ, ਮਨ ਤਨ ਦੀ ਚੁੱਪ ਧਰਮ ਹੈ, ਤਨ ਦੀ ਭੁੱਖ ਧਰਮ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਨਹੀਂ ਭਲਿਓ, ਤਾਂ ਮਨ ਨੂੰ ਸੁੱਚਾ ਕਰੋਗੇ ਤੇ ਤਨ ਦੀ ਸੁਚਮਤਾ ਹੋਏਗੀ। ਜੇ ਮਨ ਮੈਲਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਨ ਮੈਲੇ ਸਭ ਕੁਛ ਮੈਲੇ, ਤਨ ਧੋਤੈ ਮਨ ਅੱਛਾ ਨਾ ਹੋਵੇ। ਤਨ ਧੋਣ ਦੇ ਨਾਲ ਮਨ ਚੰਗਾ ਨਹੀਂ ਹੋਏਗਾ। ਸਭ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਚੁੱਪੈ ਚੁੱਪ ਨਾ ਹੋਵੇ। ਦੂਜੀ ਪੰਕਤੀ ਇਸ ਪਾਵਨ ਪੌੜੀ ਦੀ ਪਾਤਸ਼ਾਹ ਕਹਿੰਦੇ ਨੇ ਜੇਕਰ ਕੋਈ ਬੰਦਾ ਬਾਹਰੋਂ ਸਰੀਰ ਦੀ ਚੁੱਪ ਧਾਰਨ ਕਰ ਲਵੇ, ਕਿਉਂਕਿ ਸਾਧ ਸੰਗਤ ਚੁੱਪ ਕਰਨ ਨੂੰ ਵੀ, ਸਰੀਰ ਦੀ ਚੁੱਪ ਨੂੰ ਵੀ ਧਰਮ ਦਾ ਇੱਕ ਬੜਾ ਵੱਡਾ ਅੰਗ ਮੰਨਿਆ ਗਿਆ। ਬੜੇ ਐਸੇ ਮੋਨੀ ਹੋਏ ਨੇ ਸਾਡੀ ਧਰਤੀ ਤੇ, ਇਸ ਹਿੰਦੁਸਤਾਨ ਦੀ ਧਰਤੀ ਤੇ ਅੱਜ ਵੀ ਨੇ, ਜਿਹੜੇ ਮੌਨ ਅਵਸਥਾ ਵਿੱਚ ਰਹਿਣ ਨੂੰ ਧਰਮ ਸਮਝੀ ਬੈਠੇ ਨੇ ਤੇ ਲੋਕਾਂ ਦੇ ਅੰਦਰ ਇੱਕ ਭਰਮ ਕ੍ਰੀਏਟ ਕਰਦੇ ਨੇ, ਇੱਕ ਭਰਮ ਬਣਾ ਦਿੰਦੇ ਨੇ। ਲੋਕ ਕਹਿੰਦੇ ਨੇ ਸਾਡੇ ਬਾਬਾ ਜੀ ਕਦੇ ਬੋਲਦੇ ਨਹੀਂ, ਇਹ ਮੋਨੀ ਨੇ। ਪਰ ਸੱਚ ਇਹ ਸਤਿਗੁਰ ਕਹਿੰਦੇ ਨੇ ਜੀਭ ਬਾਬੇ ਦੀ ਚੁੱਪ ਹੈ, ਪਰ ਬਾਬੇ ਦੇ ਅੰਦਰ ਨੂੰ ਪੁੱਛ ਕੇ ਵੇਖੋ ਅੰਦਰੋਂ ਕਿੰਨਾ ਬੋਲਦਾ ਪਿਆ। ਕਦੀ ਜੀਭ ਚੁੱਪ ਰਹਿਣ ਦੇ ਨਾਲ ਮਨ ਚੁੱਪ ਕੀਤਾ ਹੈ? ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਦਾ ਸਿਧਾਂਤ ਤੇ ਸਾਧ ਸੰਗਤ ਸਤਿਗੁਰ ਕਹਿੰਦੇ ਨੇ ਜਬ ਲਗ ਦੁਨੀਆ ਰਹੀ ਹੈ ਨਾਨਕ। हे ਨਾਨਕ ਜਦੋਂ ਤੱਕ ਤੂੰ ਦੁਨੀਆ ਦੇ ਅੰਦਰ ਹੈ ਕਿਛ ਸੁਣੀਐ ਕਿਛ ਕਹੀਐ। ਤੁਸੀਂ ਸੋਚ ਕੇ ਵੇਖੋ ਸਾਧ ਸੰਗਤ, ਜੇ ਸਾਰੀ ਦੁਨੀਆ ਹੀ ਚੁੱਪ ਕਰ ਜਾਏ, ਜੇ ਸਾਰੀ ਦੁਨੀਆ ਆਖੇ ਵੀ ਮੈਂ ਧਰਮੀ ਬਣਨਾ, ਚੁੱਪ ਕਰ ਜਾਏ, ਸਾਰੀ ਦੁਨੀਆ ਹੀ ਆਖੇ ਵੀ ਨਹੀਂ ਇਹ ਜੇ ਧਰਮ ਦਾਂਗੇ ਤੇ ਅਸੀਂ ਚੁੱਪ ਕਰ ਜਾਂਦੇ ਆ, ਤੁਸੀਂ ਸੋਚ ਕੇ ਵੇਖੋ ਦੁਨੀਆ ਕਿਹੋ ਜਿਹੀ ਹੋਏਗੀ। ਕੋਈ ਕਿਸੇ ਨਾਲ ਬੋਲਦਾ ਨਾ ਹੋਵੇ, ਕਿਵੇਂ ਤੁਸੀਂ ਸੰਸਾਰ ਇਸ ਦੁਨੀਆ ਨੂੰ ਚਲਾਓਗੇ? ਸੰਸਾਰ ਕਿਵੇਂ ਚੱਲੇਗਾ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਹੋ ਭਲੇ ਹੋ ਤਨ, ਜੇਕਰ ਤੁਸੀਂ ਸਮਾਧੀ ਵਿੱਚ ਬੈਠ ਕੇ ਜ਼ੁਬਾਨ ਦੀ ਚੁੱਪ ਨੂੰ ਤੁਸੀਂ ਧਰਮ ਸਮਝਦੇ ਹੋ ਤੇ ਸਤਿਗੁਰੂ ਕਹਿੰਦੇ ਨੇ ਨਹੀਂ, ਇਹੋ ਜੀ ਚੁੱਪ ਤੁਸੀਂ ਸਤਿਗੁਰੂ ਕਹਿੰਦੇ ਨੇ ਇੱਕ ਲਗਾਤਾਰ ਲਾਈ ਰੱਖੋ। ਜੇ ਲਾਏ ਰਹਾ ਲਿਵਤਾਰ, ਲਿਵਤਾਰ ਦਾ ਮਤਲਬ ਹੈ ਕੰਟੀਨਿਊ, ਇੱਕ ਲੰਮਾ ਸਮਾਂ ਵੀ ਜੇ ਤੂੰ ਇਸ ਤਰ੍ਹਾਂ ਬਤੀਤ ਕਰ ਲਵੇਂ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਅੰਦਰੋਂ ਚੁੱਪ ਨਹੀਂ ਹੋ ਸਕਦਾ। ਤੇਰਾ ਅੰਦਰ ਦਾ ਮਨੁਆ ਮਨ ਜਿਹੜਾ ਅੰਦਰੋਂ ਆਵਾਜ਼ਾਂ ਮਾਰਦਾ ਹੈ। ਫਿਰ ਪਾਤਸ਼ਾਹ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ। ਹੁਣ ਨਾਲ ਨਾਲ ਵੇਖਣਾ ਸਾਧ ਸੰਗਤ, ਇੱਥੇ ਤਨ ਦੀ ਗੱਲ ਕਿਤੇ ਵੀ ਨਹੀਂ ਹੈ, ਇੱਥੇ ਮਨ ਦੀ ਸੁਚਮਤਾ ਦੀ ਗੱਲ ਆਈ,
ਮਨ ਦੀ ਚੁੱਪ ਹੋਣ ਦੀ ਗੱਲ ਆਈ। ਹੁਣ ਸਤਿਗੁਰ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਪਾਰ। ਸਭ ਕਹਿੰਦੇ ਨੇ ਭੁੱਖਿਆ ਭਾਵ ਜਿੰਦੇ ਅੰਦਰ ਤ੍ਰਿਸ਼ਨਾ ਹੈ, ਭੁੱਖ ਨਾ ਉਤਰੀ। ਪਾਤਸ਼ਾਹ ਕਹਿੰਦੇ ਨੇ ਜਿੰਨਾ ਮਰਜੀ ਤ੍ਰਿਸ਼ਨਾ ਦਾ ਬੱਧਾ ਹੋਇਆ ਬੰਦਾ ਪਦਾਰਥਾਂ ਨੂੰ ਜਿੰਨਾ ਮਰਜੀ ਆਪਣੇ ਜੀਵਨ ਵਿੱਚ ਵੀ ਹਾਜ ਲਏ, ਪਰ ਸਤਿਗੁਰ ਕਹਿੰਦੇ ਨੇ ਕਦੀ ਭੰਡਾਰਿਆਂ ਦੇ ਭੰਡਾਰ ਵੀ ਭਰ ਕੇ ਰੱਖ ਲਵੇ, ਪਰ ਸਾਹਿਬ ਕਹਿੰਦੇ ਨੇ ਕਦੀ ਭੁੱਖ ਮਿਟਦੀ ਨਹੀਂ। ਭੁੱਖਿਆ ਭੁੱਖ ਨਾ ਉਤਰੀ, ਕਿਉਂਕਿ ਜੇ ਬੰਦਾ ਸਿਰਫ ਇਹ ਆਖੇ ਵੀ ਬਾਹਰੀ ਪਦਾਰਥਾਂ ਦੇ ਜੋੜਨ ਦੇ ਨਾਲ ਮੇਰੀ ਭੁੱਖ ਮਿਟ ਜਾਏਗੀ, ਸਤਿਗੁਰ ਕਹਿੰਦੇ ਨੇ ਇਹ ਤੇ ਮਨ ਦਾ ਰਾਜ ਹੈ। ਜਿੱਦਨ ਤੇਰੇ ਕੋਲ ਸੰਤੋਖ ਆ ਜਾਏਗਾ, ਜਿਹਨੂੰ ਸਾਹਿਬ ਕਹਿੰਦੇ ਨੇ ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਸਭ ਕਹਿੰਦੇ ਨੇ ਜਿੱਦਨ ਤੇਰੇ ਕੋਲ ਸੰਤੋਖ ਆ ਜਾਏਗਾ, ਸਬਰ ਆ ਜਾਏਗਾ, ਸਬਰ ਇਹੋ ਸੁਆਓ ਜੇ ਤੂੰ ਬੰਦਾ ਦ੍ਰਿੜ ਕਰੇ, ਵੱਧ ਥੀਵੇਂ ਦਰਿਆਓ ਘਟ ਨਾ ਥੀਵੇਂ ਵਾਹੜ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਸਚਿਆਰ ਹੋਏਗਾ ਤੂੰ, ਭੁੱਖਿਆਂ ਭੁੱਖ ਨਾ ਉਤਰੀ। ਜੇ ਬੰਦਾ ਬਾਹਰ ਮੁਖੀ ਸੋਚੇ ਵੀ ਪਦਾਰਥ ਮੈਂ ਬਹੁਤ ਜੋੜ ਲਏ ਤੇ ਮੇਰੀ ਭੁੱਖ ਉਤਰ ਜਾਏਗੀ, ਧਿਆਨ ਦੇਣਾ ਤ੍ਰਿਸ਼ਨਾ ਵਿਰਲੇ ਕੀ ਹੀ ਬੁੱਝੀ ਹੈ। ਸਭ ਕਹਿੰਦੇ ਨੇ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਕੋਹੀ ਲੁਝੀਏ। ਸਭ ਕਹਿੰਦੇ ਨੇ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨਾ ਬੁਝੀ, ਲਪਟ ਰਹੇ ਮਾਇਆ ਰੰਗ ਰਾਤੇ ਲੋਚਨ ਕਸ਼ੂ ਨਾ ਸੁਝੀ। ਪਾਤਸ਼ਾਹ ਕਹਿੰਦੇ ਨੇ ਕਿਵੇਂ ਤੂੰ ਅੰਦਰੋਂ ਰੱਜੇਗਾ, ਤੇਰੀ ਭੁੱਖ ਉਦਨ ਮਿਟੇਗੀ ਜਿੱਦਨ ਤੇਰਾ ਮਨ ਰੱਜ ਜਾਏਗਾ। ਅਸਲ ਵਿੱਚ ਇਹ ਤ੍ਰਿਪਤੀ ਮਨ ਦੀ ਹੈ, ਤਨ ਦੀ ਤ੍ਰਿਪਤੀ ਨਹੀਂ। ਤਨ ਉਹਨੇ ਵਿੱਚ ਰਹਿਣਾ ਮੁਨਾਸਿਬ ਸਮਝੇਗਾ ਜਿੰਨੇ ਵਿੱਚ ਮਨ ਉਹਨੂੰ ਰੱਖੇਗਾ। ਜੇ ਮਨ ਉਹਨੂੰ ਦੋ ਕੱਪੜਿਆਂ ਦੇ ਵਿੱਚ ਰੱਖੇਗਾ ਤੇ ਤਨ ਦੋ ਕੱਪੜਿਆਂ ਦੇ ਵਿੱਚ ਵੀ ਰਹਿ ਲਏਗਾ। ਤੇ ਜੇ ਮਨ ਉਹਨੂੰ ਆਖੇਗਾ ਨਹੀਂ ਭਲਿਆ ਜੋੜ ਜਿੰਨਾ ਜੋੜ ਸਕਦਾ ਤੇ ਸੱਚ ਵਿੱਚ ਸਾਰੀ ਜ਼ਿੰਦਗੀ ਵੀ ਜੋੜਦਿਆਂ ਬੰਦਾ ਮਰ ਜਾਂਦਾ ਹੈ, ਅਖੀਰ ਵੇਲੇ ਫਿਰ ਕਹਿੰਦਾ ਕੀਤਾ ਕੁਝ ਨਹੀਂ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਜੇ ਸਤਿਗੁਰ ਕਹਿੰਦੇ ਨੇ ਬਹੁਤ ਜ਼ਿਆਦਾ ਵੀ ਤੂੰ ਜੋੜ ਕੇ ਰੱਖ ਲਵੇਂ, ਇੰਨਾ ਜੋੜ ਕੇ ਰੱਖ ਲਵੇਂ ਵੀ ਢੇਰਾਂ ਦੇ ਢੇਰ ਲੱਗ ਜਾਣ, ਬੰਨਾ ਦਾ ਭਾਵੇਂ ਢੇਰ, ਜੇ ਢੇਰਾਂ ਦੇ ਢੇਰ ਵੀ ਲੱਗ ਜਾਣ ਤੇ ਸਤਿਗੁਰ ਕਹਿੰਦੇ ਨੇ ਤੇਰੀ ਅੰਦਰ ਦੀ ਤ੍ਰਿਪਤੀ ਨਹੀਂ ਹੋ ਸਕਦੀ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ, ਸਹਿਸ ਸਿਆਣਪਾਂ ਲੱਖ ਹੋਏ। ਹੁਣ ਸਿਆਣਪਾਂ ਦਾ ਸੰਬੰਧ ਮਨ ਨਾਲ ਹੈ, ਤਨ ਨਾਲ ਨਹੀਂ। ਇੱਕ ਇੱਕ ਗੱਲ ਦੇਖੋ ਸਤਿਗੁਰ ਨੇ ਨੁਕਤਾ ਜਿਹੜਾ ਬਾਣੀ ਵਿੱਚ ਦਿੱਤਾ ਹੈ, ਕਿਉਂਕਿ ਅਸੀਂ ਬੜੇ ਭੁਲੇਖੇ ਬਾਣੀ ਦੀ ਵਿਚਾਰ ਕਰਦਿਆਂ ਵੀ ਕੀਤੇ ਜਾਂਦੇ ਨੇ। ਕਿਤੇ ਤੇ ਸਤਿਗੁਰ ਨੇ ਥਿੰਕਿੰਗ ਦੀ ਗੱਲ ਕੀਤੀ ਹੈ, ਸੋਚ ਦੀ ਗੱਲ ਕੀਤੀ ਹੈ, ਪਰ ਨਹੀਂ ਸਾਧ ਸੰਗਤ ਇੱਥੇ ਗੱਲ ਸੁਚਮਤਾ ਦੀ ਹੈ। ਕਿਉਂਕਿ ਬਾਣੀ ਨੂੰ ਜਦੋਂ ਪੜਾਂਗੇ ਗਹਿਨਤਾ ਦੇ ਨਾਲ, ਗੰਭੀਰਤਾ ਦੇ ਨਾਲ, ਤਾਂ ਇਹਨਾਂ ਗੱਲਾਂ ਦੀ ਸਮਝ ਆਏਗੀ। ਪਾਤਸ਼ਾਹ ਜੀ ਬਾਣੀ ਵਿੱਚ ਕਹਿ ਰਹੇ ਨੇ ਕਿਮ ਸਚਿਆਰਾ ਹੋਈ ਹੈ, ਜੇ ਤੇਰੀਆਂ ਸਿਆਣਪਾਂ ਹਜ਼ਾਰਾਂ ਨੇ ਤੇਰੇ ਮਨ ਵਿੱਚ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਸਤਿਗੁਰ ਕਹਿੰਦੇ ਨੇ ਧਰਮ ਦੀ ਦੁਨੀਆ ਦੇ ਵਿੱਚ ਲੱਖਾਂ ਸਿਆਣਪਾਂ ਬਾਹਰ ਮੁਖੀ ਕੀਤੀਆਂ ਤੇਰੇ ਨਾਲ ਨਹੀਂ ਚੱਲਣਗੀਆਂ। ਫਿਰ ਪਾਤਸ਼ਾਹ ਜੀ ਕਿਵੇਂ ਸਿਆਣਪ ਨੂੰ ਤਿਆਗੀਏ, ਕਿਵੇਂ ਸਚਿਆਰ ਬਣੀਏ, ਕਿਵੇਂ ਸਚਿਆਰਾ ਹੋਈਏ, ਕਿਵੇਂ ਕੂੜੈ ਟੁੱਟੈ ਪਾਲ। ਇਹ ਜਿਹੜੀ ਕੂੜ ਦੀ ਦੀਵਾਰ ਸਾਡੇ ਅੰਦਰ ਖੜੀ ਹੈ, ਜਿਨੇ ਸਾਨੂੰ ਇੱਕ ਭੁਲੇਖੇ ਵਿੱਚ ਜੀਵਨ ਜਿਉਣ ਦੇ ਲਈ ਸਾਨੂੰ ਪ੍ਰੇਰਨਾ ਦੇ ਦਿੱਤੀ ਵੀ ਤੁਸੀਂ ਇਸ ਭੁਲੇਖੇ ਵਿੱਚ ਜੀਵਨ ਜੀਓ। ਧੰਨ ਗੁਰੂ ਨਾਨਕ ਸਾਹਿਬ ਜੀ ਇਹਦੇ ਵਿੱਚੋਂ ਕਿਵੇਂ ਬਾਹਰ ਨਿਕਲੀਏ, ਕਿਵੇਂ ਸਚਿਆਰ ਬਣੀਏ, ਕਿਵੇਂ ਆਪਣੇ ਅੰਦਰ ਇਸ ਸਤਿਗੁਰ ਦੇ ਗੁਣਾਂ ਨੂੰ ਟਿਕਾ ਕੇ ਸੱਚ ਦੇ ਮਾਰਗ ਤੇ ਚੱਲੀਏ। ਤੇ ਪਾਤਸ਼ਾਹ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ, ਉਸ ਕਰਤੇ ਦੇ ਹੁਕਮ ਵਿੱਚ ਚੱਲ, ਕਰਤੇ ਦੀ ਰਜ਼ਾ ਵਿੱਚ ਚੱਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹ ਹੁਕਮ ਜਿਹੜਾ ਉਸ ਕਰਤੇ ਪ੍ਰਮਾਤਮਾ ਨੇ ਧੁਰ ਤੋਂ ਇਸ ਜਗਤ ਦੇ ਅੰਦਰ ਲਿਖਿਆ ਹੈ, ਧਿਆਨ ਦੇਣਾ ਉਹਦਾ ਹੁਕਮ ਧੁਰ ਤੋਂ ਇਸ ਕੁਦਰਤ ਦੇ ਅੰਦਰ ਵਰਤਦਾ ਪਿਆ ਹੈ। ਉਹ ਮੇਰੇ ਲਈ ਵੱਖਰਾ ਨਹੀਂ, ਤੁਹਾਡੇ ਲਈ ਵੱਖਰਾ ਨਹੀਂ, ਅਮੀਰ ਲਈ ਵੱਖਰਾ ਨਹੀਂ, ਗਰੀਬ ਲਈ ਵੱਖਰਾ ਨਹੀਂ, ਉਹ ਰਾਜੇ ਲਈ ਵੱਖਰਾ ਨਹੀਂ, ਰੰਕ ਲਈ ਵੱਖਰਾ ਨਹੀਂ, ਉਹ ਕਿਸੇ ਤਖਤ ਤੇ ਬੈਠੇ ਹੋਏ ਬਾਦਸ਼ਾਹ ਲਈ ਵੱਖਰਾ ਨਹੀਂ, ਉਹ ਇੱਕ ਆਮ ਇਨਸਾਨ ਦੇ ਲਈ ਵੱਖਰਾ ਨਹੀਂ। ਧਿਆਨ ਰੱਖਿਓ ਉਹ ਹਰ ਇੱਕ ਬੰਦੇ ਲਈ ਇੱਕ ਬਰਾਬਰ ਹੈ। ਸੱਚ ਵਿੱਚ ਜਿਹੜਾ ਉਹਦੇ ਹੁਕਮ ਵਿੱਚ ਚੱਲਦਾ ਹੈ। ਦੁਨਿਆਵੀ ਤਲ ਤੇ ਬੰਦਾ ਮਾਇਆ ਦੇ ਕੇ, ਪਦਾਰਥ ਦੇ ਕੇ, ਰੁਤਬੇ ਦੇ ਡਰ ਨਾਲ ਕੰਮ ਕਰਾ ਸਕਦਾ ਹੈ, ਪਰ ਸਤਿਗੁਰ ਕਹਿੰਦੇ ਨੇ ਉਹਦੇ ਦਰ ਤੇ
ਉਹਦੀ ਕੁਦਰਤ ਵਿੱਚ ਪ੍ਰਵਾਨ ਉਹ ਹੈ ਜਿਹੜਾ ਉਹਦੇ ਹੁਕਮ ਵਿੱਚ ਚੱਲੇਗਾ, ਉਹਦੀ ਰਜ਼ਾ ਵਿੱਚ ਚੱਲੇਗਾ ਤੇ ਉਹਦਾ ਹੁਕਮ ਉਹਦੀ ਰਜ਼ਾ ਸਭ ਕਹਿੰਦੇ ਨੇ ਮੁੱਢ ਕਦੀਮਾ ਤੋਂ ਇਸ ਸੰਸਾਰ ਦੇ ਵਿੱਚ ਉਹਨੇ ਜਿਦਨ ਕੁਦਰਤ ਸਾਜੀ ਉਸ ਦਿਨ ਤੋਂ ਨੇ ਆਪਣਾ ਹੁਕਮ ਲਾਗੂ ਕਰ ਦਿੱਤਾ। ਬਸ ਬੰਦਿਆ ਉਹਦੇ ਹੁਕਮ ਵਿੱਚ ਰਹਿ, ਉਹਦੇ ਹੁਕਮ ਨੂੰ ਬੂਝਣ ਦਾ ਯਤਨ ਕਰ। ਬੂਝ ਤੂੰ ਨਹੀਂ ਸਕਦਾ, ਪਰ ਜਿਵੇਂ ਜਿਵੇਂ ਉਹਦੇ ਗੁਣਾਂ ਨਾਲ ਜੁੜੇਗਾ ਤੈਨੂੰ ਸਮਝ ਆ ਜਾਏਗੀ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਜੇ ਜੁੜੇਗਾ ਤੇ ਤੈਨੂੰ ਸਮਝ ਆ ਜਾਏਗੀ ਕਿ ਮੈਂ ਸਚਿਆਰ ਬਣਨਾ ਹੈ, ਮੈਂ ਆਪਣੇ ਅੰਦਰ ਦੇ ਮਨ ਦੀ ਮੈਲ ਨੂੰ ਦੂਰ ਕਰਨਾ ਹੈ। ਤਾਂ ਹੀ ਬਾਬਾ ਨਾਨਕ ਜੀ ਕਹਿੰਦੇ ਨੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਈ ਸੀ। ਕਿਉਂਕਿ ਇੱਥੇ ਸਾਧ ਸੰਗਤ ਜੀ ਇਸ਼ਨਾਨ ਮਨ ਦਾ ਹੋਣਾ ਹੈ, ਇੱਥੇ ਤਨ ਦਾ ਇਸ਼ਨਾਨ ਨਹੀਂ ਹੋਣਾ। ਤੁਸੀਂ ਗੁਰੂ ਦੀ ਗੋਦ ਵਿੱਚ ਬੈਠੇ ਹੋ, ਇੱਥੇ ਤੁਸੀਂ ਆਪਣੇ ਮਨ ਦਾ ਇਸ਼ਨਾਨ ਕਰ ਰਹੇ ਹੋ। ਸਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਨੇ ਪਹਿਲੀ ਪੌੜੀ ਦੇ ਅੰਦਰ ਧਰਮ ਦੀ ਦੁਨੀਆ ਦੇ ਸਭ ਤੋਂ ਵੱਡੇ ਭੁਲੇਖੇ ਜਿਹੜੇ ਨੇ ਸਹਿਬ ਨੇ ਕਿਰਪਾ ਕਰਕੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ। ਔਰ ਕਿੰਨੀ ਬਾਕਮਾਲ ਦੀ ਗੱਲ ਹੈ ਸਾਧ ਸੰਗਤ, ਅੰਮ੍ਰਿਤਮਈ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਹਿਲੀ ਬਾਣੀ ਜਪ ਬਾਣੀ, ਔਰ ਜਪ ਬਾਣੀ ਦੇ ਅੰਦਰ ਪਹਿਲੀ ਪੌੜੀ ਜਿੰਦੇ ਅੰਦਰ ਸਤਿਗੁਰ ਨੇ ਕਿਰਪਾ ਕਰਕੇ ਬਾਹਰ ਦੇ ਭੁਲੇਖੇ ਦੂਰ ਕੀਤੇ। ਪਰ ਸਾਚੇ ਸਿੱਖ ਅੱਜ ਇਹਨਾਂ ਭੁਲੇਖਿਆਂ ਵਿੱਚ ਅੱਜ ਵੀ ਜਿੰਦਾ ਪਿਆ ਹੈ, ਅੱਜ ਵੀ ਯਤਨ ਕਰਦਾ ਹੈ। ਜਿੰਦਿਆਂ ਜੀ ਸਾਰੀ ਜ਼ਿੰਦਗੀ ਕਦੀ ਸੱਚ ਸਮਝਿਆ ਨਹੀਂ, ਮਰਨ ਤੋਂ ਬਾਅਦ ਗੰਗਾ ਦੇ ਪਾਣੀ ਦੀਆਂ ਕੈਨੀਆਂ ਭਰ ਭਰ ਕੇ ਉਹ ਯਤਨ ਕਰਦਾ ਵੀ ਬੰਦੇ ਦੀ ਗੱਤ ਹੋ ਜਾਏ। ਸਭ ਕਹਿੰਦੇ ਨੇ ਨਹੀਂ ਭਲਿਆ ਸਚਿਆਰ ਬਣਨਾ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਸ ਕਰਤੇ ਦੇ ਹੁਕਮ ਵਿੱਚ ਚੱਲ। ਉਸ ਜੋ ਹੁਕਮ ਨੂੰ ਕਰਤੇ ਨੇ ਸੰਸਾਰ ਜਗਤ ਦੇ ਵਿੱਚ ਧੁਰ ਤੋਂ ਲਿਖਿਆ ਹੈ। ਜਿਦਨ ਉਹਨੇ ਸ੍ਰਿਸ਼ਟੀ ਸਾਜੀ ਉਸ ਦਿਨ ਤੋਂ ਉਹਦਾ ਹੁਕਮ ਇਸ ਸ੍ਰਿਸ਼ਟੀ ਦੇ ਅੰਦਰ ਲਾਗੂ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਬਖਸ਼ ਲੈਣੀਆਂ। ਸਾਧ ਸੰਗਤ ਕਰੋ ਕਿਰਪਾ, ਬੁਲਾਓ ਫਤਿਹ। ਵਾਹਿਗੁਰੂ ਜੀ